Hello everyone, let's discuss revision material for term 1, class plus 1. Poem है lines written in early spring. ਤਾਂ ਬੇਟਾ ਕੁਐਸਚਨ ਨੰਬਰ 1 ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਰੀਡ ਦਾ ਫੋਲੋਇੰਗ ਪੈਸੇਜ ਐਂਡ ਆਨਸਰ ਦਾ ਕੁਐਸਚਨਸ ਦੈਟ ਫਾਲੋ। ਸਾਨੂੰ ਇਹ ਕਿਹਾ ਕਿ ਜਿਹੜਾ ਨੀਚੇ ਪੈਰਾ ਦਿੱਤਾ ਉਸ ਨੂੰ ਪੜ੍ਹ ਕੇ ਕੁਐਸਚਨਸ ਦੇ ਆਨਸਰ ਦੇਣੇ ਹੈ। ਤਾਂ ਬੇਟਾ ਦੇਖੋ ਆਹ ਆਪਣਾ ਫਸਟ ਪੈਰਾਗ੍ਰਾਫ ਹੈ, ਫਿਰ ਉਸ ਤੋਂ ਬਾਅਦ ਸੈਕਿੰਡ ਦਿੱਤਾ ਹੋਇਆ ਹੈ, ਉਸ ਤੋਂ ਅੱਗੇ ਫਿਰ ਥਰਡ ਪੈਰਾ ਦਿੱਤਾ ਹੈ। ਸੇਮ ਹੈ, ਮਤਲਬ ਇਹ ਪੂਰੀ ਦੀ ਪੂਰੀ ਪੋਇਮ ਦਿੱਤੀ ਹੋਈ ਹੈ। ਪੂਰੀ ਪੋਇਮ ਦੇ ਕੇ ਫਿਰ ਕੁਐਸਚਨ ਆਨਸਰ ਦਿੱਤੇ ਹੋਏ ਆ। ਇਹਦਾ ਮਤਲਬ ਇਹ ਹੋਇਆ ਕਿ ਤੁਹਾਨੂੰ ਸਭ ਤੋਂ ਪਹਿਲਾਂ ਪੋਇਮ ਐਕਸਪਲੇਨੇਸ਼ਨ ਜ਼ਰੂਰ ਦੇਖਣੀ ਚਾਹੀਦੀ ਹੈ। ਤਾਂ ਤੁਸੀਂ ਮੇਰੀ ਇਸ ਪੋਇਮ ਦੀ ਐਕਸਪਲੇਨੇਸ਼ਨ ਦੇਖਣ ਦੇ ਲਈ ਮੇਰੀ ਇਹ ਵੀਡੀਓ ਦੇਖ ਸਕਦੇ ਹੋ। ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ। ਤਾਂ ਹੁਣ ਆਪਾਂ ਕੁਐਸਚਨਸ ਡਿਸਕਸ ਕਰਦੇ। ਸੋ ਕੁਐਸਚਨਸ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 1, ਹੂ ਇਜ਼ ਦਾ ਪੋਇਟ ਆਫ ਦਾ ਪੋਇਮ ਲਾਈਨਸ ਰਿਟਨ ਇਨ ਅਰਲੀ ਸਪਰਿੰਗ। ਇਸ ਪੋਇਮ ਦਾ ਪੋਇਟ ਕੌਣ ਹੈ? ਤਾਂ ਆਨਸਰ ਹੈ ਵਿਲੀਅਮ ਵਰਡਸਵਰਥ। ਕੁਐਸਚਨ ਨੰਬਰ 2, ਵਾਈ ਇਜ਼ ਦਾ ਪੋਇਟ ਇਨ ਏ ਸਵੀਟ ਮੂਡ। ਪੋਇਟ ਸਵੀਟ ਮੂਡ ਦੇ ਵਿੱਚ ਕਿਉਂ ਹੈ? ਬਿਕੋਜ਼ ਹੀ ਇਜ਼ ਇਮਿਡੇਸਟ ਨੇਚਰ, ਕਿਉਂਕਿ ਉਹ ਕੁਦਰਤ ਦੀ ਗੋਦ ਦੇ ਵਿੱਚ ਹੈ, ਕੁਦਰਤ ਦੇ ਕੋਲ ਹੈ। ਨੈਕਸਟ ਹੈ ਕੁਐਸਚਨ ਨੰਬਰ 3, ਅਕੋਰਡਿੰਗ ਟੂ ਦ ਗਿਵਨ ਲਾਈਨਸ ਵੇਅਰ ਇਜ਼ ਦ ਪੋਇਟ ਸਿਟਿੰਗ। ਲਾਈਨਸ ਦੇ ਮੁਤਾਬਕ ਪੋਇਟ ਕਿੱਥੇ ਬੈਠਾ ਹੈ? ਸਾਨੂੰ 4 ਆਪਸ਼ਨਸ ਦਿੱਤੀਆਂ, ਇਨ ਏ ਕੈਫੇ, ਇਨ ਏ ਪਾਰਕ, ਇਨ ਏ ਟੈਂਪਲ ਔਰ ਇਨ ਏ ਗਰੂਵ, ਜਾਂ ਗਰੂਵ ਦੇ ਵਿੱਚ ਹੈ। ਤਾਂ ਸਾਡੀ ਜੋ ਰਾਈਟ ਆਪਸ਼ਨ ਹੈ ਦੈਟ ਇਜ਼ ਡੀ, ਇਨ ਏ ਗਰੂਵ। ਪੋਇਮ ਦੇ ਵਿੱਚ ਸੀ ਕਿ ਪੋਇਟ ਦਰਖਤਾਂ ਦੇ ਝੁੰਡ ਦੇ ਹੇਠ ਹੈ। ਨੈਕਸਟ ਹੈ ਚੂਜ਼ ਦਾ ਰਾਈਮਿੰਗ ਵਰਡਸ ਫਰੋਮ ਦਾ ਗਿਵਨ ਸਟੈਂਜਾ। ਗਿਵਨ ਸਟੈਂਜਾ ਦੇ ਵਿੱਚੋਂ ਅਸੀਂ ਰਾਈਮਿੰਗ ਵਰਡਸ ਚੂਜ਼ ਕਰਨੇ ਹੈ, ਮਤਲਬ ਉਹ ਵਰਡਸ ਜਿਨ੍ਹਾਂ ਦੀ ਸਾਊਂਡ ਸੇਮ ਆਉਂਦੀ ਹੋਵੇ। ਜਿਵੇਂ ਆਪਾਂ ਪੜ੍ਹ ਕੇ ਦੇਖਦੇ ਹਾਂ, ਫੇਅਰ ਅਤੇ ਨੇਚਰ, ਇਹ ਅਲੱਗ-ਅਲੱਗ ਸਾਊਂਡ ਹੈ, ਇਹ ਨਹੀਂ ਹੈਗਾ। ਨੋਟਸ ਅਤੇ ਮਾਈਂਡ, ਇਹ ਵੀ ਨਹੀਂ ਹੈਗਾ। ਰਿਕਲਾਈਨਡ, ਮਾਈਂਡ, ਦੋਨਾਂ ਦੀ ਸੇਮ ਸਾਊਂਡ ਹੈ। ਸੋ ਆਪਣੀ ਆਪਸ਼ਨ ਸੀ ਤਾਂ ਆਪਣੀ ਮਿਲ ਹੀ ਗਈ ਹੈ। ਨੈਕਸਟ ਹੈ ਨੋਟਸ, ਥਾਟਸ। ਇੱਥੇ ਮਾਮੂਲੀ ਜਿਹਾ ਚੇਂਜ ਹੈ ਰਾਈਮਿੰਗ ਵਰਡਸ ਦੇ ਵਿੱਚ। ਜੇ ਆਪਾਂ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੁਣਨਾ ਹੋਵੇ ਤਾਂ ਆਪਾਂ ਸੀ ਨੂੰ ਹੀ ਲਵਾਂਗੇ, ਕਿਉਂਕਿ ਐਗਜ਼ੈਕਟ ਸਾਊਂਡ ਇਹਦੇ ਵਿੱਚ ਹੀ ਹੈ। ਸਟੈਂਜਾ ਨੰਬਰ 2, ਟੂ ਹਰ ਫੇਅਰ ਵਰਕਸ ਡਿਡ ਨੇਚਰ ਲਿੰਕ ਦਾ ਹਿਊਮਨ ਸੋਲ ਦੈਟ ਥਰੂ ਮੀ ਰੈਨ ਐਂਡ ਮਚ ਇਟ ਗਰੀਵਡ ਮਾਈ ਹਾਰਟ ਟੂ ਥਿੰਕ ਵਟ ਮੈਨ ਹੈਜ਼ ਮੇਡ ਆਫ ਮੈਨ। ਤਾਂ ਪੋਇਟ ਕਹਿੰਦਾ ਕਿ ਕੁਦਰਤ ਨੇ ਆਪਣੀਆਂ ਸੋਹਣੀਆਂ ਚੀਜ਼ਾਂ ਦਾ ਰਿਸ਼ਤਾ ਮਨੁੱਖ ਦੀ ਆਤਮਾ ਦੇ ਨਾਲ ਜੋੜਿਆ ਹੋਇਆ ਹੈ, ਅਤੇ ਇਹੀ ਆਤਮਾ ਮੇਰੇ ਅੰਦਰ ਹੈ। ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਸੋਚਦਾ ਕਿ ਇਨਸਾਨ ਨੇ ਆਪਣੇ ਨਾਲ ਵਾਲੇ ਸਾਥੀਆਂ ਦੇ ਨਾਲ ਕਿਹੋ ਜਿਹਾ ਵਿਹਾਰ ਕੀਤਾ ਹੈ। ਤਾਂ ਕੁਐਸਚਨ ਨੰਬਰ 1, ਵਟ ਆਰ ਦਾ ਫੇਅਰ ਵਰਕਸ ਆਫ ਨੇਚਰ ਰੈਫਰ ਟੂ ਇਨ ਦਾ ਸਟੈਂਜਾ। ਇਸ ਸਟੈਂਜਾ ਦੇ ਵਿੱਚ ਕੁਦਰਤ ਦੇ ਕਿਹੜੇ ਸੋਹਣੇ ਕੰਮਾਂ ਨੂੰ ਰੈਫਰ ਕੀਤਾ ਹੈਗਾ? ਤਾਂ ਆਪਾਂ ਦੇਖਣਾ ਹੈ ਆਪਸ਼ਨਸ ਹੈ ਬਿਊਟੀਫੁਲ ਆਬਜੈਕਟਸ ਆਫ ਨੇਚਰ, ਜੋ ਕੁਦਰਤ ਦੀਆਂ ਬਹੁਤ ਜ਼ਿਆਦਾ ਸੋਹਣੀਆਂ ਚੀਜ਼ਾਂ ਹੈ, ਜਾਂ ਬੈਡ ਥਿੰਗਸ ਅਰਾਊਂਡ ਅਸ, ਸਾਡੇ ਆਲੇ ਦੁਆਲੇ ਜੋ ਮਾੜੀਆਂ ਚੀਜ਼ਾਂ ਹੈ। ਆਲ ਈਵਲਸ ਇਨ ਦਾ ਵਰਲਡ, ਪੂਰੇ ਸੰਸਾਰ ਦੇ ਵਿੱਚ ਜੋ ਬੁਰਾਈਆਂ, ਜਾਂ ਮੈਨਸ ਅਲਾਈਨੇਸ਼ਨ ਫਰੋਮ ਮੈਨ, ਜਾਂ ਇੱਕ ਆਦਮੀ ਦੂਸਰੇ ਤੋਂ ਕਿਵੇਂ ਦੂਰ ਹੋ ਗਿਆ। ਤਾਂ ਸਾਡੀ ਜੋ ਰਾਈਟ ਆਪਸ਼ਨ ਹੈ ਉਹ ਹੈ ਇਹ ਬਿਊਟੀਫੁਲ ਆਬਜੈਕਟਸ ਆਫ ਨੇਚਰ। ਜਿੰਨੀਆਂ ਵੀ ਹੈ ਇਹ ਹੀ ਕੁਦਰਤ ਦੇ ਫੇਅਰ ਵਰਕ ਹੈਗੇ ਆ। ਕੁਐਸਚਨ ਨੰਬਰ 2, ਵਾਈ ਇਜ਼ ਦਾ ਪੋਇਟ ਗਰੀਵਡ। ਪੋਇਟ ਨੂੰ ਦੁੱਖ ਕਿਸ ਗੱਲ ਦਾ ਹੈ? ਆਪਸ਼ਨਸ ਦੇਖਦੇ ਹਾਂ। ਬਿਕੋਜ਼ ਨੇਚਰ ਹੈਜ਼ ਡਿਸਟਰੋਇਡ ਮੈਨ, ਕਿਉਂਕਿ ਕੁਦਰਤ ਨੇ ਆਦਮੀ ਨੂੰ ਖਤਮ ਕਰ ਦਿੱਤਾ ਹੈ, ਜਾਂ ਬਿਕੋਜ਼ ਮੈਨ ਲਵਸ ਨੇਚਰ, ਇਨਸਾਨ ਕੁਦਰਤ ਨੂੰ ਪਿਆਰ ਕਰਦਾ ਹੈ, ਜਾਂ ਬਿਕੋਜ਼ ਮੈਨ ਹੈਜ਼ ਮਿਸਹੈਂਡਲਡ ਨੇਚਰ, ਕਿਉਂਕਿ ਆਦਮੀ ਨੇ ਕੁਦਰਤ ਨੂੰ ਰੋਂਗਲੀ ਡੀਲ ਕੀਤਾ ਹੈ, ਜਾਂ ਬਿਕੋਜ਼ ਨੇਚਰ ਇਜ਼ ਅਨਫੇਅਰ, ਜਾਂ ਨੇਚਰ ਅਨਫੇਅਰ ਹੈ। ਤਾਂ ਸਾਡੀ ਇੱਥੇ ਜੋ ਰਾਈਟ ਆਪਸ਼ਨ ਹੈ ਉਹ ਹੈ ਸੀ, ਕਿਉਂਕਿ ਇਨਸਾਨ ਨੇ ਕੁਦਰਤ ਨੂੰ ਰੋਂਗਲੀ ਡੀਲ ਕੀਤਾ ਹੈ। ਕੁਐਸਚਨ ਨੰਬਰ 3, ਵਟ ਇਜ਼ ਦਾ ਪੋਇਟ ਮੀਨ ਬਾਈ ਵਟ ਮੈਨ ਹੈਜ਼ ਮੇਡ ਆਫ ਮੈਨ। ਜਦੋਂ ਪੋਇਟ ਇਹ ਕਹਿੰਦਾ ਕਿ ਵਟ ਮੈਨ ਹੈਜ਼ ਮੇਡ ਆਫ ਮੈਨ, ਤਾਂ ਪੋਇਟ ਦਾ ਇਸ ਗੱਲ ਦਾ ਕੀ ਮਤਲਬ ਹੈ? ਆਪਸ਼ਨਸ ਹੈ ਮੈਨਸ ਅਲਾਈਨੇਸ਼ਨ ਫਰੋਮ ਨੇਚਰ, ਇਨਸਾਨ ਹੈ ਜਿਹੜਾ ਉਹ ਕੁਦਰਤ ਤੋਂ ਬਹੁਤ ਦੂਰ ਹੋ ਗਿਆ, ਵੱਖਰਾ ਹੋ ਗਿਆ। ਜਾਂ ਮੈਨਸ ਲਵ ਵਿਦ ਨੇਚਰ, ਇਨਸਾਨ ਨੇਚਰ ਨੂੰ ਪਿਆਰ ਕਰਦਾ ਹੈ। ਮੈਨਸ ਲਵ ਫॉर ਈਚ ਅਦਰ,
ਮੈਨ ਇੱਕ ਦੂਸਰੇ ਨੂੰ ਪਿਆਰ ਕਰਦਾ ਹੈ, ਇਨਸਾਨ ਇੱਕ ਦੂਜੇ ਨੂੰ ਪਿਆਰ ਕਰਦਾ ਹੈ। ਮੈਨਸ ਰੀਕਨਸਾਈਲਮੈਂਟ ਨੇਚਰ। ਤਾਂ ਰੀਕਨਸਾਈਲਮੈਂਟ ਹੁੰਦਾ ਮੇਲ ਮਿਲਾਪ, ਇਨਸਾਨ ਦਾ ਕੁਦਰਤ ਦੇ ਨਾਲ ਮੇਲ ਮਿਲਾਪ ਹੈ। ਪਰ ਸਾਡੀ ਆਪਸ਼ਨ ਹੈ ਏ ਮੈਨਸ ਅਲਾਈਨੇਸ਼ਨ ਫਰੋਮ ਨੇਚਰ, ਕਿ ਇਨਸਾਨ ਹੈ ਜਿਹੜਾ ਉਹ ਕੁਦਰਤ ਤੋਂ ਬਹੁਤ ਦੂਰ ਹੋ ਗਿਆ। ਨੈਕਸਟ ਕੁਐਸਚਨ ਹੈ ਚੂਜ਼ ਦਾ ਫਿਗਰ ਆਫ ਸਪੀਚ ਯੂਜ਼ਡ ਇਨ ਦ ਲਾਈਨ ਟੂ ਹਰ ਫੇਅਰ ਵਰਕਸ ਡਿਡ ਨੇਚਰ ਲਿੰਕ। ਇਸ ਲਾਈਨ ਦੇ ਵਿੱਚ ਆਪਾਂ ਦੱਸਣਾ ਹੈ ਕਿ ਫਿਗਰ ਆਫ ਸਪੀਚ ਕਿਹੜਾ ਹੈ। ਤਾਂ ਬੇਟਾ ਜਦੋਂ ਆਪਾਂ ਇਸ ਲਾਈਨ ਨੂੰ ਪੜ੍ਹਦੇ ਹਾਂ ਤਾਂ ਆਪਾਂ ਨੂੰ ਬਿਲਕੁਲ ਪਤਾ ਲੱਗਦਾ ਹੈ ਕਿ ਇਹ ਜਿਹੜੇ ਵਰਡਸ ਹੈ ਇਸ ਤਰ੍ਹਾਂ ਹੈ ਜਿਵੇਂ ਕੋਈ ਇਨਸਾਨ ਦਾ ਬਿਹੇਵ ਹੋਵੇ। ਤਾਂ ਇਸ ਲਈ ਆਪਣਾ ਫਿਗਰ ਆਫ ਸਪੀਚ ਹੈ ਪਰਸੋਨੀਫਿਕੇਸ਼ਨ। Next ਹੈ stanza number 3. Through primrose tufts in that green bower, the periwinkle trailed its wreaths, and it's my faith that every flower enjoys the air it breathes. ਤਾਂ ਪੋਇਟ ਇਸ 'ਚ ਕੀ ਕਹਿ ਰਿਹਾ ਹੈ ਕਿ ਪ੍ਰਿਮਰੋਜ਼ ਫੁੱਲਾਂ ਦੇ ਗੁੱਛੇ ਆ ਜਿਹੜੇ ਉਹ ਦਰਖਤਾਂ ਦੇ ਹੇਠਾਂ ਸੀ, ਅਤੇ ਪੈਰੀਵਿੰਕਲਸ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਫੁੱਲਾਂ ਦੇ ਹਾਰ ਪਾਏ ਹੁੰਦੇ ਆ ਗਲੇ ਦੇ ਵਿੱਚ, ਉਸ ਤਰ੍ਹਾਂ ਫੈਲੇ ਹੋਏ ਸੀ। ਅਤੇ ਪੋਇਟ ਕਹਿੰਦਾ ਕਿ ਮੇਰਾ ਇਹ ਵਿਸ਼ਵਾਸ ਹੈ ਕਿ ਹਰ ਫੁੱਲ ਉਸ ਹਵਾ ਦਾ ਆਨੰਦ ਮਾਣਦਾ ਹੈ ਜਿਹਦੇ ਵਿੱਚ ਉਹ ਸਾਹ ਲੈਂਦਾ ਹੈ। ਤਾਂ ਕੁਐਸਚਨ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 1, ਵਟ ਇਜ਼ ਏ ਪ੍ਰਿਮਰੋਜ਼। ਪ੍ਰਿਮਰੋਜ਼ ਕੀ ਹੈ? 4 ਆਪਸ਼ਨਸ ਹੈ। ਸਮਾਲ ਪਲਾਂਟ ਵਿਦ ਯੈਲੋ ਫਲਾਵਰਸ, ਛੋਟਾ ਜਿਹਾ ਪੌਦਾ ਹੁੰਦਾ ਹੈ ਜਿਹਨੂੰ ਯੈਲੋ ਕਲਰ ਦੇ ਫੁੱਲ ਲੱਗੇ ਹੁੰਦੇ ਹੈ। ਜਾਂ ਹੈਗਾ ਵੈਜੀਟੇਬਲ ਪਲਾਂਟ, ਸਬਜ਼ੀਆਂ ਵਾਲਾ ਪੌਦਾ ਹੈ। ਜਾਂ ਬਿਗ ਟਰੀ ਵਿਦ ਯੈਲੋ ਫਲਾਵਰਸ, ਵੱਡਾ ਟਰੀ ਹੈ ਜਿਹਨੂੰ ਫੁੱਲ ਲੱਗਦੇ ਆ ਪੀਲੇ ਰੰਗ ਦੇ। ਜਾਂ ਇਹ ਬੁਸ਼ ਵਿਦ ਬਲੈਕ ਫਲਾਵਰਸ ਵਾਲੀ ਇੱਕ ਬੁਸ਼ ਹੈ। ਤਾਂ ਸਾਡੀ ਇਹਦੇ ਵਿੱਚ ਰਾਈਟ ਆਪਸ਼ਨ ਹੈ ਏ ਸਮਾਲ ਪਲਾਂਟ ਵਿਦ ਯੈਲੋ ਫਲਾਵਰਸ। ਨੈਕਸਟ ਹੈ ਵਟ ਟ੍ਰੇਲਡ ਇਟਸ ਰੀਡਸ ਹੁੰਦੀ ਹੈ ਮਾਲਾ ਦੇ ਵਿੱਚ ਇਹ ਕੀ ਚੀਜ਼ ਸੀ ਜਿਹੜੀ ਵਿੱਚ ਫੈਲੀ ਹੋਈ ਸੀਗੀ। ਤਾਂ ਆਪਣੀ ਜਿਹੜੀਆਂ ਆਪਸ਼ਨਸ ਹੈ ਰੋਜ਼, ਪ੍ਰਿਮਰੋਜ਼, ਪੈਰੀਵਿੰਕਲ ਅਤੇ ਏਅਰ। ਤਾਂ ਆਪਣੀ ਰਾਈਟ ਆਪਸ਼ਨ ਹੈ ਪੈਰੀਵਿੰਕਲ ਹੁੰਦੇ ਆ ਨੀਲੇ ਰੰਗ ਦੇ ਫੁੱਲ ਹੁੰਦੇ ਆ। ਤਾਂ ਉਹ ਜਿਹੜੀ ਮਾਲਾ ਬਣੀ ਹੋਈ ਸੀ ਉਹਦੇ ਵਿੱਚੋਂ ਦੀ ਪੈਰੀਵਿੰਕਲ ਜਾ ਰਹੇ ਸੀ, ਇਸ ਤਰ੍ਹਾਂ ਲੱਗ ਰਿਹਾ ਸੀਗਾ। ਬੜਾ ਹੀ ਖੂਬਸੂਰਤ ਗੋਲ ਚੱਕਰ ਜਿਹਾ ਬਣਿਆ ਹੋਇਆ ਜਿਵੇਂ ਫੁੱਲਾਂ ਦੀ ਮਾਲਾ ਹੁੰਦੀ ਹੈ, ਅਤੇ ਜਿਹੜੇ ਫੁੱਲ ਹੈ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਗਲੇ ਮਿਲ ਰਹੇ ਹੋਣ। ਤਾਂ ਪੈਰੀਵਿੰਕਲ ਨਾਮ ਦੇ ਫੁੱਲ ਸੀਗੇ, ਇਹ ਹੁੰਦੇ ਆ ਬਲੂ ਕਲਰ ਦੇ। ਨੈਕਸਟ ਕੁਐਸਚਨ ਹੈ ਵਟ ਇਜ਼ ਦਾ ਰਾਈਮ ਸਕੀਮ ਆਫ ਦਾ ਅਬਵ ਸਟੈਂਜਾ। ਆਪਾਂ ਹੁਣ ਇਹ ਦੱਸਣਾ ਹੈ ਕਿ ਇਸ ਸਟੈਂਜਾ ਦੀ ਰਾਈਮ ਸਕੀਮ ਕੀ ਹੈ। ਤਾਂ ਹੁਣ ਆਪਾਂ ਇਹਨਾਂ ਦੀ ਰਾਈਮਿੰਗ ਸਕੀਮ ਵੇਖਣ ਦੇ ਲਈ ਲਾਈਨਸ ਦੇ ਲਾਸਟ ਵਾਲੇ ਵਰਡਸ ਦੇਖਾਂਗੇ। ਇਹ ਹੈ ਬੋਰ ਅਤੇ ਆਹ ਲੱਗਿਆ ਫਲਾਰ। ਇਹਨਾਂ ਦੋਨਾਂ ਦੀ ਸਾਊਂਡ ਜਿਹੜੀ ਸੇਮ ਹੈ। ਇਸੇ ਤਰ੍ਹਾਂ ਰੀਡਸ ਅਤੇ ਬਰੀਡਸ, ਇਹਨਾਂ ਦੀ ਸਾਊਂਡ ਸੇਮ ਹੈ। ਅਗਰ ਇਹਨੂੰ ਆਪਾਂ ਏ ਮੰਨ ਲਈਏ, ਇਹਨੂੰ ਆਪਾਂ ਬੀ ਲੈਟ ਕਰ ਲਈਏ, ਫਿਰ ਇਹਦੀ ਸਾਊਂਡ ਆ ਗਈ ਏ ਅਤੇ ਇਹਦੀ ਸਾਊਂਡ ਆ ਗਈ ਬੀ। ਇਸ ਤਰ੍ਹਾਂ ਸਾਡੀ ਜਿਹੜੀ ਰਾਈਮਿੰਗ ਸਕੀਮ ਆ ਰਹੀ ਹੈ ਉਹ ਕੀ ਆ ਰਹੀ ਹੈ ਏ ਬੀ, ਇਹ ਸਾਡਾ ਰਿਜ਼ਲਟ ਆ ਰਿਹਾ। ਤਾਂ ਸਾਡੀ ਆਪਸ਼ਨ ਹੈ ਸੀ। ਨੈਕਸਟ ਹੈ ਵਟ ਇਜ਼ ਦਾ ਪੋਇਟਸ ਫੇਥ। ਪੋਇਟ ਦਾ ਫੇਥ ਕੀ ਹੈ। ਆਪਸ਼ਨਸ ਦੇਖਦੇ ਹਾਂ। ਦੈਟ ਐਵਰੀ ਫਲਾਰ ਇਜ਼ ਸੈਡ, ਕਿ ਹਰ ਫਲਾਰ ਜਿਹੜਾ ਹੈ ਉਹ ਉਦਾਸ ਹੈ। ਦੈਟ ਮੈਨ ਵਾਂਟਸ ਟੂ ਡਿਸਟਰੋਏ ਦਾ ਬੋਰ ਹੁੰਦਾ ਦਰਖਤਾਂ ਦਾ ਝੁੰਡ, ਕਿ ਆਦਮੀ ਦਰਖਤਾਂ ਦੇ ਝੁੰਡ ਨੂੰ ਡਿਸਟਰੋਏ ਕਰਨਾ ਚਾਹੁੰਦਾ ਹੈ। ਜਾਂ ਦੈਟ ਐਵਰੀ ਫਲਾਰ ਇੰਜੋਇਜ਼ ਦਾ ਏਅਰ ਇਟ ਬਰੀਥਸ, ਜਾਂ ਹਰ ਫੁੱਲ ਹੈ ਜਿਹੜਾ ਉਸ ਹਵਾ ਦਾ ਆਨੰਦ ਮਾਣਦਾ ਹੈ ਜਿਹਦੇ ਵਿੱਚ ਉਹ ਸਾਹ ਲੈਂਦਾ ਹੈ। ਤਾਂ ਨਨ ਆਫ ਥੀਸ। ਤਾਂ ਸਾਡੀ ਆਪਸ਼ਨ ਹੈ ਸੀ ਦੈਟ ਐਵਰੀ ਫਲਾਰ ਇੰਜੋਇਜ਼ ਦਾ ਏਅਰ ਇਟ ਬਰੀਥਸ। ਨੈਕਸਟ ਸਟੈਂਜਾ ਹੈ ਦ ਬਰਡਸ ਅਰਾਊਂਡ ਮੀ ਹੋਪਡ ਐਂਡ ਪਲੇਡ their thoughts I can't measure, but the least motion which they made it seemed a thrill of pleasure. ਪੋਇਟ ਇਹ ਕਹਿੰਦਾ ਕਿ ਮੇਰੇ ਆਲੇ ਦੁਆਲੇ ਜੋ ਪੰਛੀ ਹੈ ਉਹ ਹੌਪਿੰਗ ਕਰ ਰਹੇ ਆ, ਉਛਲ ਕੁੱਦ ਰਹੇ ਹੈ, ਖੇਡ ਰਹੇ ਹੈ। ਮੈਂ ਉਹਨਾਂ ਦੇ ਵਿਚਾਰਾਂ ਦਾ ਅੰਦਾਜ਼ਾ ਨਹੀਂ ਲਾ ਸਕਿਆ, ਪਰ ਇਹਨਾਂ ਪੰਛੀਆਂ ਦੀ ਛੋਟੀ ਛੋਟੀ ਜਿਹੜੀ ਹਰਕਤ ਸੀ ਉਹ ਵੀ ਮੈਨੂੰ ਖੁਸ਼ੀ ਦਿੰਦੀ ਹੋਈ ਜਾਪਦੀ ਸੀ। ਤਾਂ ਕੁਐਸਚਨ ਹੈ ਵਟ ਵਰ ਦਾ ਬਰਡਸ ਡੂਇੰਗ। ਬਰਡਸ ਕੀ ਕਰ ਰਹੇ ਸੀ। ਤਾਂ ਆਪਾਂ ਇਹਦੇ ਵਿੱਚ ਵੇਖੋ ਇੱਥੇ ਲਿਖਿਆ ਹੋਇਆ ਹੌਪਡ ਐਂਡ ਪਲੇਡ। ਤਾਂ ਹੌਪਿੰਗ ਅਰਾਊਂਡ ਦਾ ਪੋਇਟ ਦੇ ਆਲੇ ਦੁਆਲੇ
ਹੌਪਿੰਗ ਕਰ ਰਹੇ ਸੀ, ਮਤਲਬ ਉਛਲਣਾ ਕੁੱਦਣਾ ਜਿਹੜਾ ਉਹਨੂੰ ਆਪਾਂ ਹੌਪਿੰਗ ਕਹਿੰਦੇ ਆ। ਚਰਪਿੰਗ ਅਰਾਊਂਡ ਦ ਪੋਇਟ, ਪੋਇਟ ਦੇ ਆਲੇ ਦੁਆਲੇ ਚਹਿਚਾ ਰਹੇ ਸੀ। ਪਿਕਿੰਗ ਗ੍ਰੀਨਸ ਅਰਾਊਂਡ ਦ ਪੋਇਟ, ਪੋਇਟ ਦੇ ਆਲੇ ਦੁਆਲੇ ਦਾਣੇ ਚੁਗ ਰਹੇ ਸੀ। ਜਾਂ ਹੌਪਿੰਗ ਅਰਾਊਂਡ ਟਰੀਜ਼, ਟਰੀਜ਼ ਦੇ ਆਲੇ ਦੁਆਲੇ ਉਹ ਉਛਲ ਕੁੱਦ ਕਰ ਰਹੇ ਸੀ। ਤਾਂ ਸਾਡੀ ਰਾਈਟ ਆਪਸ਼ਨ ਹੈ ਹੌਪਿੰਗ ਅਰਾਊਂਡ ਦਾ ਪੋਇਟ, ਪੋਇਟ ਦੇ ਆਲੇ ਦੁਆਲੇ ਉਹ ਉਛਲ ਕੁੱਦ ਕਰ ਰਹੇ ਸੀ। ਹਾਂਜੀ, ਨੈਕਸਟ ਕੁਐਸਚਨ 'ਚ ਸਾਨੂੰ ਫਿਰ ਇਸ ਦੀ ਰਾਈਮਿੰਗ ਸਕੀਮ ਪੁੱਛੀ ਗਈ ਹੈ। ਤਾਂ ਆਪਾਂ ਲਾਸਟ ਵਰਡ ਵੇਖਣੇ ਹੈ। ਇੱਥੇ ਹੈ ਪਲੇਡ, ਫਿਰ ਉਸ ਤੋਂ ਅੱਗੇ ਹੈ ਇੱਕ ਲਾਈਨ ਛੱਡ ਕੇ ਮੇਡ। ਪਲੇਡ ਅਤੇ ਮੇਡ ਜਿਹੜੇ ਵਰਡ ਹੈ ਇਹਨਾਂ ਦੀ ਸਾਊਂਡ ਸੇਮ ਆ ਰਹੀ ਹੈ। ਇਸ ਤਰ੍ਹਾਂ ਹੁਣ ਆਪਾਂ ਵਰਡ ਦੇਖਣੇ ਹੈ। ਦੂਸਰੀ ਲਾਈਨ ਦਾ ਹੈ ਮੈਜਰ ਅਤੇ ਚੌਥੀ ਦਾ ਹੈ ਪਲੇਜਰ। ਮਤਲਬ ਮੈਜਰ ਅਤੇ ਪਲੇਜਰ ਦੀ ਸਾਊਂਡ ਸੇਮ ਹੈ ਅਤੇ ਇੱਧਰੋਂ ਪਲੇਡ ਅਤੇ ਮੇਡ ਦੀ ਸਾਊਂਡ ਸੇਮ ਹੈ। ਤਾਂ ਆਪਣੀ ਜਿਹੜੀ ਰਾਈਮਿੰਗ ਸਕੀਮ ਬਣਦੀ ਪਈ ਹੈ, ਪਹਿਲਾਂ ਪਲੇਡ ਆ ਗਿਆ, ਸਪੋਜ਼ ਕੀਤਾ ਏ ਹੈ, ਫਿਰ ਮੈਜਰ ਆ ਗਿਆ, ਅਗਲੀ ਲਾਈਨ 'ਚ ਬੀ ਹੋ ਗਿਆ, ਫਿਰ ਏ ਦੀ ਜਿਹੜੀ ਪਹਿਲੀ ਸੀ ਸੇਮ ਸਾਊਂਡ ਹੈ, ਫਿਰ ਜਿਹੜੀ ਇੱਥੇ ਬੀ ਦੀ ਸੀਗੀ ਉਹੀ ਸਾਊਂਡ ਫਿਰ ਦੁਬਾਰਾ ਦਿੱਤੀ ਹੈ ਮੈਜਰ ਦੇ ਨਾਲ ਪਲੇਜਰ। ਤਾਂ ਆਪਣੇ ਕੋਲ ਜੋ ਰਾਈਮਿੰਗ ਸਕੀਮ ਹੈ ਦੈਟ ਇਜ਼ ਏ ਬੀ ਏ ਬੀ। ਨੈਕਸਟ ਕੁਐਸਚਨ ਹੈ। Next stanza, the budding twigs spread out their fan to catch the breezy air, and I must think, do all I can, that there was pleasure there. ਮਤਲਬ ਜਿਹੜੀਆਂ ਛੋਟੀਆਂ ਛੋਟੀਆਂ ਟਾਹਣੀਆਂ ਹੈ ਉਹ ਤਾਜ਼ੀ ਹਵਾ ਦਾ ਆਨੰਦ ਮਾਣ ਰਹੀਆਂ ਸੀ ਅਤੇ ਮੈਂ ਇਹ ਸੋਚੇ ਬਿਨਾਂ ਨਾ ਰਹਿ ਸਕਿਆ ਕਿ ਮੇਰੇ ਚਾਰੇ ਪਾਸੇ ਆਨੰਦ ਸੀ। ਵਾਟ ਇਜ਼ ਦਾ ਰਾਈਮ ਸਕੀਮ ਆਫ ਦਾ ਅਬਵ ਸਟੈਂਜਾ। ਜੇ ਅਗਰ ਆਪਾਂ ਰਾਈਮ ਸਕੀਮ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਪਹਿਲਾਂ ਦੇਖੋ ਫੈਨ ਦੇ ਨਾਲ ਕੈਨ ਲੱਗੇ ਅਤੇ ਏਅਰ ਦੇ ਨਾਲ ਦੇਅਰ ਹੈ। ਤਾਂ ਆਪਣੀ ਜੋ ਰਾਈਮ ਸਕੀਮ ਆ ਰਹੀ ਹੈ ਦੈਟ ਇਜ਼ ਸੀ ਏ ਬੀ ਏ ਬੀ। ਨੈਕਸਟ ਕੁਐਸਚਨ ਹੈ ਵਾਟ ਡੂ ਦਾ ਬਡਿੰਗ ਟਵਿਗਸ ਟਰਾਈ ਟੂ ਡੂ। ਜਿਹੜੀਆਂ ਨਵੀਆਂ ਉੱਗਦੀਆਂ ਟਾਹਣੀਆਂ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਤਾਂ ਆਪਣੀ ਆਪਸ਼ਨ ਹੈ ਟਰਾਈ ਟੂ ਕੈਚ ਦਾ ਜੈਂਟਲ ਵਿੰਡ। ਜਿਹੜੀ ਹਲਕੀ ਹਲਕੀ ਹਵਾ ਚੱਲ ਰਹੀ ਹੈ ਉਸ ਨੂੰ ਪਕੜਨ ਦੀ ਉਹ ਕੋਸ਼ਿਸ਼ ਕਰ ਰਹੀਆਂ ਨੇ। ਤਾਂ ਸਾਡੀ ਜਿਹੜੀ ਆਪਸ਼ਨ ਹੈ ਉਹ ਹੈ ਏ। ਨੈਕਸਟ ਕੁਐਸਚਨ ਹੈ ਦ ਟਰੀਜ਼ ਐਂਡ ਪਲਾਂਟਸ ਆਰ ਡੈਸ਼ ਦੈਮਸੈਲਵਸ। ਉਹ ਕੀ ਕਰ ਰਹੇ ਸੀ ਇੰਜੋਇੰਗ। ਨੈਕਸਟ ਹੈ ਦ ਏਅਰ ਇਜ਼ ਡੈਸ਼ ਐਂਡ ਐਵਰੀਥਿੰਗ ਸੀਮਸ ਟੂ ਬੀ ਹੈਪੀ। ਹਵਾ ਠੰਡੀ ਹੈ ਅਤੇ ਹਰ ਇੱਕ ਚੀਜ਼ ਖੁਸ਼ ਨਜ਼ਰ ਆ ਰਹੀ ਹੈ। ਤਾਂ ਆਨਸਰ ਇਜ਼ ਡੀ ਕੂਲ। ਨੈਕਸਟ ਸਟੈਂਜ ਹੈ ਇਫ ਦਿਸ ਬਲੀਫ ਫਰੋਮ ਹੈਵਨ ਬੀ ਸੈਂਟ, ਇਫ ਸੱਚ ਬੀ ਨੇਚਰਸ ਹੋਲੀ ਪਲਾਨ, ਹੈਵ ਆਈ ਨਾਟ ਰੀਜ਼ਨ ਟੂ ਲੇਮੈਂਟ ਵਟ ਮੈਨ ਹੈਜ਼ ਮੇਡ ਆਫ ਮੈਨ। ਜੇਕਰ ਇਹ ਵਿਸ਼ਵਾਸ ਪਰਮਾਤਮਾ ਦੇ ਕੋਲੋਂ ਆਇਆ ਅਤੇ ਜੇਕਰ ਇਹ ਕੁਦਰਤ ਦੀ ਇੱਕ ਪਵਿੱਤਰ ਯੋਜਨਾ ਹੈ ਤਾਂ ਮੈਂ ਇਹ ਫੀਲ ਕਰਕੇ ਉਦਾਸ ਕਿਉਂ ਨਾ ਹੋਵਾਂ ਕਿ ਇਨਸਾਨ ਨੇ ਇਨਸਾਨ ਦੇ ਨਾਲ ਕਿਹੋ ਜਿਹਾ ਬੁਰਾ ਵਿਹਾਰ ਕੀਤਾ। ਕੁਐਸਚਨ ਨੰਬਰ 1 ਨੇਮ ਦਾ ਪੋਇਮ ਐਂਡ ਦਾ ਪੋਇਟ। ਤਾਂ ਆਪਣਾ ਆਨਸਰ ਹੈ ਪੋਇਮ ਹੈ ਲਾਈਨਸ ਰਿਟਨ ਇਨ ਅਰਲੀ ਸਪਰਿੰਗ ਰਿਟਨ ਬਾਈ ਵਿਲੀਅਮ ਵਰਡਸਵਰਥ। ਸਾਡੀ ਆਪਸ਼ਨ ਹੈ ਸੀ। ਨੈਕਸਟ ਹੈ ਵਟ ਡਜ਼ ਦਾ ਪੋਇਟ ਲੇਮੈਂਟ ਅਬਾਊਟ। ਪੋਇਟ ਕਿਸ ਗੱਲ ਦਾ ਵਰਲਾਪ ਕਰ ਰਿਹਾ ਹੈ। ਤਾਂ ਆਪਣਾ ਆਨਸਰ ਹੈ ਅਬਾਊਟ ਦਾ ਨਗਲੈਕਟ ਆਫ ਨੇਚਰ ਬਾਈ ਮੈਨ, ਕਿ ਇਨਸਾਨ ਨੇ ਕਿਸ ਤਰ੍ਹਾਂ ਕੁਦਰਤ ਨੂੰ ਅਣਗੌਲਿਆ ਕਰ ਦਿੱਤਾ ਹੈ। ਆਪਸ਼ਨ ਹੈ ਬੀ। ਨੈਕਸਟ ਹੈ ਦ ਪੋਇਟ ਇਜ਼ ਲੈਮੈਂਟਿੰਗ ਅਬਾਊਟ ਦਾ ਐਕਸ਼ਨ ਆਫ। ਤਾਂ ਪੋਇਟ ਜਿਹੜਾ ਹੈ ਕਿਹਦੇ ਕੰਮਾਂ ਬਾਰੇ ਵਰਲਾਪ ਕਰ ਰਿਹਾ ਤਾਂ ਉਹ ਇਨਸਾਨ ਦੇ ਕੰਮਾਂ ਬਾਰੇ ਵਰਲਾਪ ਕਰ ਰਿਹਾ। ਤਾਂ ਸਾਡੀ ਆਪਸ਼ਨ ਹੈ ਹਿਊਮਨਸ। ਦ ਪੋਇਟ ਇਜ਼ ਲੈਮੈਂਟਿੰਗ ਅਬਾਊਟ ਦ ਐਕਸ਼ਨ ਆਫ ਹਿਊਮਨਸ। ਲਾਸਟ ਹੈ ਵਟ ਡਜ਼ ਹੈਵਨ ਰੈਫਰ ਟੂ। ਹੈਵਨ ਕਿਸ ਗੱਲ ਨੂੰ ਰੈਫਰ ਕਰਦਾ ਤਾਂ ਆਪਣੀ ਆਪਸ਼ਨ ਹੈ ਦ ਪਲੇਸ ਆਫ ਗੋਡ, ਪਰਮਾਤਮਾ ਦਾ ਘਰ। ਆਪਸ਼ਨ ਹੈ ਡੀ। ਡੀਅਰ ਸਟੂਡੈਂਟਸ, ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ, ਹੈਵ ਏ ਨਾਈਸ ਡੇ।